ਪੰਜਾਬ ਭਾਰਤ ਅਤੇ ਵਿਦੇਸ਼ਾਂ 'ਚ ਵਸਦੇ ਪੰਜਾਬ ਵਾਸੀਓ ਅਤੇ ਖਾਲਸਾ ਪੰਥ ਦੇ ਸਿਰਦ ਵਾਰਸੋ, ਸਮਾਰਟ ਟੀਵੀ ਦੇ ਮੰਚ ਤੋਂ ਭਾਈ ਹਰਸਿਮਰਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਇਸ ਮੰਚ ਤੋਂ ਅੱਜ ਦੇ ਪੰਜ ਦੇ ਪੰਜਾਬ ਦੇ ਹਾਲਾਤ ਔਰ ਜਿਸ ਢੰਗ ਦੇ ਨਾਲ 100 ਸਾਲ ਪਹਿਲਾਂ 1920 ਦੇ ਵਿੱਚ ਅਕਤੂਬਰ ਤੋਂ ਦਸੰਬਰ ਤੱਕ ਜੋ ਹਾਲਾਤ ਬਣੇ ਸਨ, ਉਹਨਾਂ ਨੂੰ ਵਿਚਾਰ ਕਰਦੇ ਹੋਏ ਅੱਜ ਦੇ ਸਮੇਂ ਨਾਲ ਦਾ ਪੈਰਲਲ ਜਾਂ ਉਸ ਦੇ ਨਾਲ ਝੁਕਾ ਕੇ ਅਸੀਂ ਵਿਚਾਰ ਕਰਾਂਗੇ ਅਤੇ ਹੋਰ ਜੋ ਮੁੱਦੇ ਹੋਣਗੇ ਪੰਜਾਬ ਨਾਲ ਜੁੜੇ ਹੋ ਉਸ ਵਾਸਤੇ ਵਿਚਾਰ ਕਰਾਂਗੇ। ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਸੋਢੀ ਵਿਕਰਮ ਸਿੰਘ ਜੀ ਆਏ ਨੇ। ਇਹਨਾਂ ਨਾਲ ਅਸੀਂ ਬਹੁਤ ਚਰਚਾ ਪਹਿਲਾਂ ਵੀ ਕੀਤੀ ਸੀ, ਹੁਣ ਵੀ ਕਰਾਂਗੇ। ਸੋ ਅਸੀਂ ਆਏ ਨੂੰ ਜੀ ਆਏ ਆਖਦੇ ਹਾਂ। ਸੋਢੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸਾਹਿਬ, ਇਸ ਤਰ੍ਹਾਂ ਹੈ ਕਿ ਅੱਜ ਜੋ 12 ਅਕਤੂਬਰ 1920 ਨੂੰ ਘਟਨਾ ਵਾਪਰੀ ਦਰਬਾਰ ਸਾਹਿਬ, ਜਦੋਂ ਕਿ ਕੁਝ ਦਲਿਤ ਸਿੰਘਾਂ ਵੱਲੋਂ ਅੰਮ੍ਰਿਤ ਛਕਣ ਤੋਂ ਬਾਅਦ ਉੱਥੇ ਦੇਗ ਲੈ ਕੇ ਗਏ ਅਤੇ ਦੇਗ ਸਵੀਕਾਰ ਨਾ ਕੀਤੀ ਗਈ ਅਤੇ ਉਸ ਤੋਂ ਬਾਅਦ ਜਿਹੜੇ ਪੁਜਾਰੀ ਸੀ ਚਲੇ ਗਏ, ਜਿਨ੍ਹਾਂ ਦਾ ਅਕਾਲ ਤਖਤ ਸਾਹਿਬ 'ਤੇ ਪੂਰਾ ਕੰਟਰੋਲ ਸੀ। ਉਸ ਘਟਨਾ ਵਾਪਰੇ 100 ਸਾਲ ਹੋ ਗਿਆ। 12 ਅਕਤੂਬਰ 2020 ਨੂੰ ਉੱਥੇ ਉਸ ਘਟਨਾ ਨੂੰ ਯਾਦ ਕੀਤਾ ਗਿਆ ਅਤੇ ਸਿੱਖ ਉੱਥੇ ਪ੍ਰਸ਼ਾਦ ਕਰਾਉਣ ਗਏ, ਪ੍ਰਸ਼ਾਦ ਸਵੀਕਾਰ ਕੀਤਾ ਗਿਆ ਅਤੇ ਇੱਕ ਤਰ੍ਹਾਂ ਦਾ ਬੜੀ ਵਿਚਾਰ ਚਰਚਾ ਹੋਈ। ਇਹ ਸਾਰੀ ਘਟਨਾ ਤੁਸੀਂ ਕਿਵੇਂ ਲੈਂਦੇ ਹੋ? ਅਤੇ ਦੂਸਰਾ, ਜੋ ਉੱਥੇ ਜੋ ਸਮਾਗਮ ਹੋਇਆ ਉਹਦੇ ਵਿੱਚ ਦਲਿਤ ਅਥਾਰਟੀ ਨੂੰ ਅਸਰਟ ਕੀਤਾ ਗਿਆ, ਦਲਿਤ ਵਰਗ ਨੂੰ, ਕਿ ਦਲਿਤ ਚੇਤਨਾ ਜਿਹੜੀ ਹੈ ਉਸ ਨੂੰ ਉੱਠਣਾ ਚਾਹੀਦਾ ਹੈ ਅਤੇ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਨੇ ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਜਾਂ ਜਿਸ ਤਰੀਕੇ ਨਾਲ ਵੀ ਉਹਨਾਂ ਨਾਲ ਵਿਤਕਰਾ ਹੋ ਰਿਹਾ ਉਸ ਨੂੰ ਐਡਰੈਸ ਕਰਨ ਵਾਸਤੇ ਦਲਿਤਾਂ ਨੂੰ ਹੀ ਐਡਰੈਸ ਕੀਤਾ ਗਿਆ। ਪਰ ਮੈਂ ਸਮਝਦਾ ਕਿ ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਦਲਿਤ ਚੇਤਨਾ ਜਾਂ ਦਲਿਤ ਅਸਰਸ਼ਨ ਹੈ, ਇਹ ਵੱਡੀ ਖਾਲਸਾ ਚੇਤਨਾ ਦੇ ਅੰਡਰਗਤ ਆਉਂਦੀ ਹੈ ਅਤੇ ਇਹ ਖਾਲਸਾ ਪਰਿਵਾਰ ਦਾ ਇੱਕ ਵੱਡਾ ਹਿੱਸਾ ਹੈ, ਜਿਸ ਨੂੰ ਕਿ ਸਾਨੂੰ ਅੱਜ ਦੇ ਸਮੇਂ 'ਚ ਕਿਵੇਂ ਐਡਰੈਸ ਕਰਨਾ ਚਾਹੀਦਾ ਹੈ? ਤੁਸੀਂ ਇਸ ਬਾਰੇ ਕੀ ਸਮਝਦੇ ਹੋ? ਜੀ, ਇਹਦੇ ਦੋ ਰਾਏ ਨਹੀਂ ਹੈਗੀ ਕਿ ਜਿਹੜਾ ਦਲਿਤਾਂ ਦਾ ਮੁੱਦਾ ਹੈ ਉਹ ਪੂਰੇ ਖਾਲਸਾ ਪੰਥ ਦੇ ਵਿੱਚੋਂ ਇਹਦੇ ਸੋਲਿਊਸ਼ਨ ਨਿਕਲਣੇ ਪੈਣਗੇ, ਕਿਉਂਕਿ ਅਸੀਂ ਤਾਂ ਗੁਰੂ ਸਾਹਿਬਾਨ ਨੇ ਤਾਂ ਇਹਨਾਂ ਨੂੰ ਆਪਣੇ ਨਾਲ ਜੋੜ ਲਿਆ ਦਲਿਤਾਂ ਨੂੰ। ਹਾਂਜੀ, ਜਦੋਂ ਉਹਨਾਂ ਨੇ ਜਾਤ ਪਾਤ ਖਤਮ ਹੀ ਕਰਤੀ ਤਾਂ ਸਾਨੂੰ ਉਹਨਾਂ ਨੂੰ ਦਲਿਤ ਕਹਿਣ ਦੇ ਵਿੱਚ ਵੀ ਸਾਨੂੰ ਸੋਚਣਾ ਚਾਹੀਦਾ ਕਿ ਦਲਿਤ ਅਸੀਂ ਇਹਨਾਂ ਨੂੰ ਕਹਿ ਵੀ ਸਕਦੇ ਹਾਂ। ਵਿਸ਼ੇਸ਼ਣ ਕਿਉਂ ਲਗਾ ਰਹੇ ਹੋ? ਹਾਂ, ਅਸੀਂ ਇਹਨਾਂ ਦੇ ਉੱਤੇ ਇੱਕ ਲੇਬਲ ਲਾ ਰਹੇ ਹਾਂ, ਉਹ ਲੇਬਲ ਦਾ ਇਹਨਾਂ ਦਾ ਬਣਦਾ ਹੀ ਨਹੀਂ ਹੈਗਾ। ਜਦੋਂ ਦਾ ਦਲਿਤ ਭਾਈਚਾਰੇ ਨੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰਤਾ, ਉਸ ਤੋਂ ਬਾਅਦ ਇਹ ਲੇਬਲ ਲੱਗਣਾ ਨਹੀਂ ਚਾਹੀਦਾ। ਅਸੀਂ ਉਹਨਾਂ ਨੂੰ ਦਲਿਤ ਕਹਿ ਨਹੀਂ ਸਕਦੇ। ਇਹ ਤਾਂ ਹੈ, ਮੇਰਾ ਮਤਲਬ ਹੈ ਸਿਧਾਂਤਿਕ ਲੈਵਲ 'ਤੇ। ਸਿਧਾਂਤਿਕ ਲੈਵਲ ਦੇ ਉੱਤੇ ਅਸੀਂ ਗੱਲ ਸਿਧਾਂਤਿਕ ਲੈਵਲ 'ਤੇ ਕਰੀਏ ਕਿ ਸਿਧਾਂਤਿਕ ਲੈਵਲ ਦੇ ਉੱਤੇ ਤਾਂ ਗੁਰੂ ਸਾਹਿਬਾਂ ਨੇ ਕੋਈ ਸ਼ੱਕ ਨਹੀਂ ਛੱਡਿਆ, ਕੋਈ ਭੇਦਭਾਵ ਨਹੀਂ ਰੱਖਿਆ, ਕੋਈ ਭੇਦਭਾਵ ਨਹੀਂ ਰੱਖਿਆ ਅਤੇ 1% ਵੀ ਮੇਰਾ ਮਤਲਬ ਡਾਊਟ ਨਹੀਂ ਹੈਗਾ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀਗੀ ਉਹ ਬਿਲਕੁਲ ਸਪਸ਼ਟ ਸੀਗੀ ਕਿ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਸਿੱਖੀ ਦੇ ਵਿੱਚ। ਅਤੇ ਫਿਰ ਫਾਈਨਲ ਜਿਹੜਾ ਸਟੈਪ ਲਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਦਾ ਜਿਹੜਾ ਸਾਜਨਾ ਕਰਕੇ, ਕਿ ਚਲੋ ਉਹਨਾਂ ਨੇ ਉਸੇ ਲਹਿਰ ਨੂੰ ਫਿਰ ਮੇਰਾ ਮਤਲਬ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹੁਣ ਤੁਸੀਂ ਸਿੱਖ ਦੇ ਨਾਲ ਨਾਲ ਤੁਸੀਂ ਖਾਲਸਾ ਪੰਥ ਦੇ ਵਿੱਚ ਵੀ ਪ੍ਰਵੇਸ਼ ਕਰ ਸਕਦੇ ਹੋ। ਕਰ ਗਏ ਸੀਗੇ। ਉਸ ਵੇਲੇ ਤੁਸੀਂ ਦੇਖਿਆ ਹੀ ਪੰਜ ਪਿਆਰਿਆਂ ਦੇ ਵਿੱਚੋਂ ਮੇਰਾ ਮਤਲਬ 4 ਤਾਂ ਜਿਹੜੇ ਸੀਗੇ ਉਹ ਇਹਨਾਂ ਵਰਗਾਂ 'ਚੋਂ ਹੀ ਸੀਗੇ। ਮੈਂ ਦਲਿਤ ਸ਼ਬਦ ਨਹੀਂ ਲਵਾਂਗਾ, ਮਗਰ ਇਹਨਾਂ ਵਰਗਾਂ 'ਚੋਂ ਸੀਗੇ ਅਤੇ ਉਹਨਾਂ ਨੇ ਜਦੋਂ ਖਾਲਸੇ ਦਾ ਜਿਹੜਾ ਰੂਪ ਧਾਰਨ ਕਰ ਲਿਆ ਉਸ ਤੋਂ ਬਾਅਦ ਤਾਂ ਖਤਮ ਹੀ ਹੋ ਗਿਆ। ਸੋ ਸਿਧਾਂਤਿਕ ਲੈਵਲ 'ਤੇ ਤਾਂ ਇਹਦੇ 'ਚ ਕੋਈ ਦੋ ਵਿਚਾਰ ਨਹੀਂ ਹੈਗੇ ਕਿ ਸਾਡੇ 'ਚ ਕੋਈ ਡਾਊਟ ਨਹੀਂ ਹੈਗੀ ਅਤੇ ਨਾ ਕਿਸੇ 'ਚ ਹੋਣੀ ਚਾਹੀਦੀ ਹੈ। ਪਰ ਸਮਾਜਿਕ ਤੌਰ ਦੇ ਵਿੱਚ ਅਸੀਂ ਵੀ ਹਜੇ ਤੱਕ ਦੇਖ ਲਓ ਜੀ, 350 ਸਾਲ ਹੋ ਗਏ। ਹੁਣ ਤੁਸੀਂ 1920 ਦੀ ਗੱਲ ਦੇਖ ਲਓ, ਉਸ ਵੇਲੇ ਵੀ ਇਹਨਾਂ ਦੇ ਨਾਲ ਵਿਰਕੜਾ ਹੋ ਰਿਹਾ ਸੀ। 1920 ਦੇ ਵਿੱਚ ਮੇਰੇ ਮਤਲਬ ਜਿਹੜਾ ਦਲਿਤ ਭਾਈਚਾਰਾ, ਜਿਹਨੂੰ ਅਸੀਂ ਉਹੀ ਲਫ਼ਜ਼ ਇਸਤੇਮਾਲ ਕਰਾਂਗੇ ਕਿ ਤੁਸੀਂ ਕਹੋ ਕਿ ਚਲੋ ਜਿਹੜੇ ਉਹਨਾਂ ਵਰਗਾਂ 'ਚੋਂ ਭਾਈਚਾਰਾ ਜਿਹੜਾ ਸੀਗਾ, ਉਹ ਜਦੋਂ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਆਪਣਾ ਦੇਗ ਲੈ ਕੇ ਗਏ, ਉਸ ਵੇਲੇ ਸਵੀਕਾਰ ਨਹੀਂ ਕੀਤਾ ਜਿਹੜੇ ਪੁਜਾਰੀਆਂ ਨੇ। ਇਹ ਤਾਂ ਸਾਨੂੰ ਪਤਾ ਹੈ, ਇਹ ਹਿਸਟਰੀ ਹੈਗੀ। ਮਗਰ ਉਸ ਇਸ਼ੂ ਦੇ ਵਿੱਚੋਂ, ਉਸ ਸਮੇਂ ਦੇ ਵਿੱਚ ਕਿੰਨਾ ਕੁਛ ਨਿਕਲਿਆ, ਕਿੰਨਾ ਕੁ ਪ੍ਰਾਪਤੀਆਂ ਹੋਈਆਂ ਪੰਥ ਦੀਆਂ। ਮੈਂ ਕਹਿੰਦਾ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ, ਇਸ ਪਾਸੇ ਧਿਆਨ ਦਈਏ ਕਿ ਉਸ 1920 ਦੀ ਇੱਕ ਘਟਨਾ ਵਿੱਚੋਂ ਕਿੰਨੀਆਂ ਪ੍ਰਾਪਤੀਆਂ ਹੋ ਗਈਆਂ। ਇਹਦੇ ਪਿੱਛੇ ਪੂਰੀ ਸਿੰਘ ਸਭਾ ਲਹਿਰ ਨਹੀਂ ਖੜੀ। ਤੁਸੀਂ ਇਸ ਨੂੰ ਮਹਿਸੂਸ ਕਰਦੇ ਕਿ ਸਿਰਫ ਇੱਕ ਘਟਨਾ ਨਹੀਂ, ਉਸਨੂੰ ਫੇਸ ਵੈਲਿਊ ਨੂੰ ਦੇਖੋ, ਉਹਦੇ ਪਿੱਛੇ ਇੱਕ ਸਿੰਘ ਸਭਾ ਲਹਿਰ ਹੈ, ਗੁਰਦਾਸ ਸੁਧਾਰ ਲਹਿਰ ਹੈ, ਪੂਰਾ 50 ਸਾਲ ਦਾ ਸੰਘਰਸ਼ ਹੈ। ਬਿਲਕੁਲ ਉਹੀ ਸੰਘਰਸ਼ ਜਿਹੜਾ ਸੀਗਾ ਪਿਛਲੇ 50 ਸਾਲਾਂ ਦਾ, ਉਹਦੀ ਕਲਮੀਨੇਸ਼ਨ ਸੀਗੀ
ਉਹ ਮੇਰਾ ਮਤਲਬ ਉਹਦਾ ਉਭਾਰ ਜਿਹੜਾ ਹੈਗਾ ਉਹ ਨਿਕਲਿਆ। ਪਰ ਜਦੋਂ ਤੁਸੀਂ 2020 ਚ ਅੱਜ 12 ਅਕਤੂਬਰ ਨੂੰ ਉਸਨੂੰ ਯਾਦ ਕੀਤਾ ਗਿਆ, ਉਹਦਾ ਕੀ ਮਤਲਬ ਹੋਇਆ ਫਿਰ? ਉਹਦਾ ਕੀ ਮਕਸਦ ਹੈ? ਉਹਦਾ ਮਕਸਦ ਇਹ ਹੈ ਕਿ ਸਿਧਾਂਤਕ ਲੈਵਲ ਦੇ ਤਾਂ ਇਹਦੇ ਸਾਡੇ 'ਚ ਕੋਈ ਮਤਭੇਦ ਨਹੀਂ ਹੈਗਾ, ਕੋਈ ਨਹੀਂ ਹੈਗਾ, ਮਗਰ ਸਮਾਜਿਕ ਜਿਹੜਾ ਲੈਵਲ ਦੇ ਵਿੱਚ ਉਹਦੇ ਹਜੇ ਤੱਕ ਜਿਹੜਾ ਇਹ ਸਾਡੇ ਪਿਛੜੇ ਵਰਗ ਨੇ ਉਹ ਹਜੇ ਤੱਕ ਆਪਣੇ ਆਪ ਨੂੰ ਸਮਝਦੇ ਨੇ ਕਿ ਸਾਡੀਆਂ ਗ੍ਰੀਵੈਂਸਸ ਹੈਗੀਆਂ, ਤੇ ਨਾਲੇ ਉਹ ਗ੍ਰੀਵੈਂਸਸ ਜੈਨੂਇਨ ਵੀ ਹੈਗੀਆਂ। ਕਿਸੇ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਨਾ, ਕਿਸੇ ਨਾ ਕਿਸੇ ਨਾਲ ਵਿਤਕਰਾ ਕੀਤਾ ਜਾ ਰਿਹਾ, ਤੇ ਇਹ ਗ੍ਰੀਵੈਂਸਸ ਜਿਹੜੀਆਂ ਉਹਨਾਂ ਦੀ ਹੈਗੀਆਂ ਇਹ ਮੇਰਾ ਮਤਲਬ ਜੈਨੂਇਨ ਗ੍ਰੀਵੈਂਸਸ ਵੀ ਹੈਗੀਆਂ। ਇਹ ਮੇਰਾ ਮਤਲਬ ਹੈ ਇਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਪੰਥ ਦੇ ਵਿੱਚ ਇਹੋ ਜਿਹੇ ਘਟਨਾਵਾਂ ਹੁੰਦੀਆਂ, ਪਰ ਫਰਕ ਤਾਂ ਕਾਫੀ ਪੈ ਗਿਆ। ਕਿਤੇ ਨਾ ਕਿਤੇ ਇੰਸਟੈਂਸੈਸ ਆਉਂਦੇ ਆ, ਤੇ ਕੋਈ ਛੋਟੇ ਮੋਟੇ ਕੋਈ ਨਾ ਕੋਈ ਇੰਸਟੈਂਸੈਸ ਆਉਂਦੇ ਨੇ ਜਿਹੜੇ ਸਾਨੂੰ ਕਈਆਂ ਨੂੰ ਲੱਗਦੇ ਕਿ ਛੋਟੇ ਨੇ, ਮਗਰ ਜਿਹਦੇ ਨਾਲ ਵਰਤਦੀ ਹੈ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਤਾਂ ਖਾਲਸਾ। ਪਰ ਜਿਸ ਤਰ੍ਹਾਂ ਛੋਟੇ ਸਾਹਿਬ ਦੇਖੋ ਵੀ ਉਹ 2 ਮਹੀਨੇ ਜਿਹੜੇ ਨੇ 12 ਅਕਤੂਬਰ ਤੋਂ ਦਸੰਬਰ ਤੱਕ 1920 ਤੱਕ ਬੜੇ ਇੰਪੋਰਟੈਂਟ ਰਹੇ ਨੇ। ਹਾਂਜੀ, ਕਿਉਂਕਿ ਤੇਜਾ ਸਿੰਘ ਭੁੱਚਰ ਜਥੇਦਾਰ ਅਕਾਲ ਤਖਤ ਬਣਾਏ ਜਾਂਦੇ ਨੇ, ਬਿਲਕੁਲ ਸੇਵਾ ਸਮਾਜ ਜਥਾ ਬਣ ਜਾਂਦਾ ਹੈ, ਬਿਲਕੁਲ। ਉਸ ਤੋਂ ਬਾਅਦ ਉਹ ਇੱਕ ਪੰਥ ਦਾ ਇਕੱਠ ਸੱਦਦੇ ਨੇ 15 ਨਵੰਬਰ 1920 ਨੂੰ। ਹਾਂਜੀ, ਇਹ ਚੋਂ ਪਹਿਲੀ ਜਿਹੜੀ SGP ਸੰਗਠੀ SGP ਸੀ ਮੈਨੂੰ ਕਹਿਣਾ, ਉਹ ਉੱਪਰੀ ਸਾਹਮਣੇ ਆਈ, ਬਿਲਕੁਲ ਉੱਪਰੀ, ਔਰ ਉਸ ਤੋਂ ਮਹੀਨੇ ਬਾਅਦ ਅਕਾਲੀ ਦਲ ਬਣਿਆ, ਬਿਲਕੁਲ। ਸੋ ਮੈਂ ਸਮਝਦਾ ਕਿ ਜਿਸ ਤਰ੍ਹਾਂ ਉਹ 2 ਮਹੀਨੇ ਦਾ ਇੰਪੋਰਟੈਂਸ ਹੈ ਇਤਿਹਾਸ ਦੇ ਵਿੱਚ, ਕਿ ਜਿਹੜਾ ਹੁਣ ਦਾ ਅਕਤੂਬਰ ਨਵੰਬਰ ਦਸੰਬਰ 2-3 ਮਹੀਨੇ ਜਿਹੜੇ ਹੁਣ ਹੈਗੇ ਨੇ, ਇਹ ਕਿਵੇਂ ਇੰਪੋਰਟੈਂਟ ਬਣ ਸਕਦੇ ਨੇ ਪੰਥ ਵਾਸਤੇ ਕਿ ਨਹੀਂ? ਕਿਸ ਤਰ੍ਹਾਂ 'ਚ ਕੀ ਨਿਕਲ ਸਕਦੇ? ਕਿਉਂਕਿ ਇੱਕ ਪਾਸੇ ਤਾਂ SGPC ਨਿਕਲੀ, SGPC 100 ਸਾਲ ਹੋ ਗਏ ਨੇ, ਕਿ SGPC ਨੂੰ ਅੱਜ ਦੇ ਸਮੇਂ 'ਚ ਆਪਣੇ ਆਪ ਨੂੰ ਉਹ ਐਨਾਲਿਸਿਸ ਨਹੀਂ ਕਰਨਾ ਚਾਹੀਦਾ ਕਿ 100 ਸਾਲ 'ਚ ਅਸੀਂ ਕੀ ਕੀਤਾ, ਕਿੱਥੋਂ ਚੱਲੇ, ਕੀ ਸਾਡਾ ਇਤਿਹਾਸ ਰਿਹਾ, ਔਰ ਕੀ ਇਹਦੇ ਵਿੱਚ ਨਵੇਂ ਸੁਧਾਰਾਂ ਦੀ ਲੋੜ ਨਹੀਂ ਹੈਗੀ? ਬਿਲਕੁਲ। ਪਹਿਲਾਂ ਤਾਂ SGPC ਨੂੰ ਮੈਂ ਦੋ ਪੱਖਾਂ 'ਚ ਤੁਹਾਡੇ ਸਵਾਲ ਨੂੰ ਲਵਾਂਗਾ। ਹਾਂਜੀ, ਕਿ ਪਹਿਲਾਂ ਤਾਂ SGPC ਨੂੰ ਆਪਣੇ ਵਿੱਚ ਚੇਤਨਾ ਕਰਨ ਦੀ ਲੋੜ ਹੈ, ਚਿੰਤਨ ਕਰਨ ਦੀ ਲੋੜ ਹੈ, ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਵਿੱਚ ਕੀ ਪ੍ਰਾਪਤੀਆਂ ਹੋਈਆਂ ਨੇ, ਅਤੇ ਹਜੇ ਤੱਕ ਸਾਡੀਆਂ ਕਮਜ਼ੋਰੀਆਂ ਕੀ ਨੇ। ਕਮਜ਼ੋਰੀਆਂ ਬਹੁਤ ਆ ਰਹੀਆਂ ਨੇ, ਹੁਣ ਅੱਗੇ ਸਾਨੂੰ ਦਿਖਦੀਆਂ ਜਾ ਰਹੀਆਂ ਨੇ ਕਿ ਕਮਜ਼ੋਰੀਆਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੀਆਂ ਆ ਗਈਆਂ, ਅਤੇ ਉਹਨਾਂ ਨੂੰ ਐਡਰੈਸ ਕਰਨ ਦੀ ਲੋੜ ਹੈ। ਇਸ ਦੇ ਇਲਾਵਾ ਜਿਹੜਾ ਦੂਜਾ ਪੱਖ ਹੈਗਾ ਉਹ ਹੈ ਕਿ ਇਹ ਜਿਹੜੀ ਲਹਿਰ ਤੁਸੀਂ ਕਹੀ ਸੀ ਕਿ ਅਗਲੇ 3-4 ਮਹੀਨਿਆਂ ਦੇ ਵਿੱਚ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ, ਉਹ ਜਿਹਾ ਉਭਾਰ ਜਿਹੜਾ 1920 'ਚ ਹੋਇਆ ਸੀਗਾ, ਉਹ ਅਸੀਂ 2020 'ਚ ਵੀ ਸਮਝ ਸਕਦੇ ਹਾਂ। ਮੈਨੂੰ ਲੱਗਦਾ ਕਿ ਬਕਾਇਦਾ ਇਸ ਵੇਲੇ ਅਸੀਂ ਉਸੇ ਦੌਰ 'ਤੇ ਖੜ੍ਹੇ ਹਾਂ, ਬਿਲਕੁਲ ਉਸੇ ਮੋੜ 'ਤੇ ਖੜ੍ਹੇ ਹਾਂ ਜਿਸ ਵੇਲੇ ਅਸੀਂ 1920 'ਚ ਖੜ੍ਹੇ ਸੀਗੇ। 100 ਸਾਲ ਤੋਂ ਬਾਅਦ ਅਸੀਂ ਤਕਰੀਬਨ ਉਸੇ ਲੈਵਲ 'ਤੇ ਖੜ੍ਹੇ ਹਾਂ ਅੱਜ ਵੀ, ਕਿ ਪੰਜਾਬ ਦੇ ਮਸਲੇ ਅਤੇ ਪੰਥ ਦੇ ਮਸਲਿਆਂ ਨੂੰ ਸੁਝਾਅ ਦੇਣ ਦੀ ਲੋੜ ਹੈ, ਲੀਡਰਸ਼ਿਪ ਦੀ ਲੋੜ ਹੈ, ਰਸਤੇ ਦੀ ਲੋੜ ਹੈ, ਦਿਸ਼ਾ ਦੀ ਲੋੜ ਹੈ। ਜੇ ਦਿਸ਼ਾ ਦੇਖੋ, ਸਮਾਂ ਦੇਖੋ, ਇਤਿਹਾਸ ਆਪਣੇ ਤੌਰ 'ਤੇ ਨਵੇਂ ਇਸ਼ੂਜ਼ ਲਿਆਉਂਦੇ ਲਿਆਉਂਦਾ ਹੈ। ਅੱਜ ਦੇ ਸਮੇਂ ਦੇ ਇਸ਼ੂਜ਼ ਵੀ ਆਪਣੇ ਇਤਿਹਾਸ ਨੇ ਸਾਹਮਣੇ ਲਿਆਉਂਦੇ ਨੇ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਦੋਂ ਕੁਝ ਹਾਲਾਤ ਦੇ ਵਿੱਚ ਲੀਡਰਸ ਕੋਲੋਂ ਜਾਂ ਸੰਸਥਾਵਾਂ ਕੋਲੋਂ, ਜਥੇਬੰਦੀਆਂ ਕੋਲੋਂ ਕੁਝ ਮਸਲੇ ਹੱਲ ਨਾ ਹੋਣ ਜਾਂ ਉਹ ਪੂਰੀ ਤਰ੍ਹਾਂ ਐਡਰੈਸ ਨਾ ਕਰ ਸਕਣ, ਤਾਂ ਮੈਂ ਸਮਝਦਾ ਇਤਿਹਾਸ ਜਿਹੜਾ ਹੈ ਆਪਣੇ ਆਪ ਵਿੱਚ ਇੱਕ ਨਵਾਂ ਇਤਿਹਾਸ ਸਿਰਜਦਾ। ਇਤਿਹਾਸ ਜਿਹੜਾ ਹੈ ਕਿ ਨਵੀਂ ਇਸ਼ੂਜ਼ ਅੱਗੇ ਲਿਆਉਂਦਾ ਹੈ, ਨਵੀਂ ਲੀਡਰਸ਼ਿਪ ਅੱਗੇ ਲਿਆਉਂਦਾ ਹੈ। ਪਰ ਮੈਂ ਮਹਿਸੂਸ ਕਰਦਾ, ਮੈਂ ਤੁਹਾਡਾ ਜਵਾਬ ਲੈਣਾ ਚਾਹਾਂਗਾ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ ਪਿਛਲੇ 50 ਸਾਲ ਤੋਂ ਸੰਘਰਸ਼ ਲੜਿਆ ਗਿਆ, ਮਤਲਬ ਤੁਸੀਂ ਦੇਖੋ ਵੀ 1973 ਦਾ ਆਪਾਂ ਕੱਟ ਆਫ ਪੁਆਇੰਟ ਲੈ ਲੈਂਦੇ ਹਾਂ, ਠੀਕ ਹੈ, ਜਦੋਂ ਅਨੰਦਪੁਰ ਸਾਹਿਬ ਦਾ ਮਤਾ ਸ਼ੁਰੂ ਆਇਆ ਸੀ ਤੇ ਅਨੰਦਪੁਰ ਸਾਹਿਬ ਤੱਕ ਤੋਂ ਲਿਆ ਗਿਆ ਸੀ, ਉਹ ਵੀ ਬੜੀਆਂ ਗੱਲਾਂ ਨੇ, ਪੋਲੀਟੀਕਲ ਵੀ ਨੇ, ਪੋਲੀਟੀਕਲ ਆਟੋਨੋਮੀ ਦੀ ਗੱਲ ਕੀਤੀ ਗਈ ਹੈ, ਆਰਥਿਕਤਾ ਸੇਫਵੇਅਰ ਦੀ ਗੱਲ ਕੀਤੀ ਗਈ ਹੈ, ਈਵਨ ਵੱਖਰੇ ਸੰਵਿਧਾਨ ਦੀ ਗੱਲ ਵੀ ਕੀਤੀ ਗਈ ਹੈ, ਫੈਡਰਲ ਸਟੇਟ ਸਟਰਕਚਰਸ ਨੂੰ, ਸੈਂਟਰ ਸਟਰਕਚਰ ਨੂੰ ਨਵੇਂ ਸਿਰੇ ਵਿਆਖਿਆ ਕਰਨ ਦੀ ਗੱਲ ਕੀਤੀ ਗਈ। ਸੋ 1973 ਤੋਂ ਲੈ ਕੇ 2020 ਤੱਕ ਇੱਕ ਲੰਮਾ ਸੰਘਰਸ਼ ਲੜਿਆ ਗਿਆ। ਸਮਾਂ ਨਹੀਂ ਕਿ ਪਹੁੰਚ ਜਾਈਏ, ਪਰ ਤੁਸੀਂ ਸਾਰੇ ਦਰਸ਼ਕ ਜਾਣਦੇ ਨੇ ਕਿ 1973 ਤੋਂ ਲੈ ਕੇ ਐਮਰਜੈਂਸੀ ਲੱਗੀ, ਫਿਰ 78 ਦਾ ਸਾਕਾ ਆਇਆ, ਫਿਰ 1984 ਦਾ ਸਾਕਾ ਆਇਆ, ਫਿਰ ਸ਼ਹੀਦੀਆਂ ਹੋਈਆਂ, 1999 ਆਇਆ, ਸ਼ਤਾਬਦੀਆਂ ਮਨਾਈਆਂ, ਔਰ ਫਿਰ ਹੁਣ ਨਵੇਂ ਸਿਰਿਓਂ ਜਦੋਂ ਦਾ ਪੰਜਾਬ ਹਿੰਦੁਸਤਾਨ ਦੇ 2014 ਦੇ ਨਵਾਂ ਸੈਕਟਰ ਸੱਤਾ ਪ੍ਰਬੰਧ ਆਇਆ, ਉਸ ਨਾਲ ਨਵੀਂ ਸਥਿਤੀਆਂ ਸਾਹਮਣੇ ਆਈਆਂ ਨੇ। ਮਤਲਬ ਮੈਂ ਸਮਝਦਾ ਕਿ ਜੋ ਦਿਸ਼ਾ, ਜਦ ਤੁਸੀਂ ਕਹਿ ਸਕਦੇ ਹੋ ਕਿ ਜੋ ਪਰਿਵਰਤਨ ਉਭਾਰ 1920 'ਚ ਕਲਮੀਨੇਟ ਹੋਇਆ, ਅੱਜ ਉਸ ਦਾ ਸੈਂਟਰ ਕਿਹੜਾ ਹੈ? ਉਹ ਕਲਮੀਨੇਸ਼ਨ ਕੀ ਹੈ? ਨਾ ਅਕਾਲ ਤਖਤ ਬਣਦਾ ਹੈ, SGPC ਬਣਦੀ ਹੈ, ਅਕਾਲੀ ਦਲ ਬਣਦਾ ਹੈ, ਕਿ ਅਕਾਲੀ ਦਲ ਤਾਂ ਹਰ ਜਿਹੜਾ ਪੰਜਾਬ ਦੇ ਹੁਣ ਕਿਸਾਨੀ ਮੋਰਚੇ ਦੀ ਗੱਲ ਕਰਾਂਗਾ, ਕਿਸਾਨੀ ਲਹਿਰ ਦੀ ਗੱਲ ਕਰ ਲਓ, ਠੀਕ ਹੈ। ਹੁਣ ਕਿਸਾਨੀ ਲਹਿਰ ਪਿਛਲੇ 50 ਸਾਲ ਦੇ ਵਿੱਚ ਜੋ ਸਿੱਖ ਪੰਥ ਨਾਲ ਬਣਿਆ, ਉਹਦਾ 3 ਬਿੱਲ ਆਏ, ਠੀਕ ਹੈ, ਉਹ ਕਿਸਾਨੀ ਦੇ ਖਿਲਾਫ ਨੇ,
ਸਰਕਾਰ ਕਹਿੰਦੀ ਸਾਡੇ ਹੱਕ 'ਚ ਕਿਸਾਨਾਂ ਦੇ, ਲੇਕਿਨ ਕਿਸਾਨ ਸਮਝਿਆ ਕਿ ਇਹਦੇ ਵਿਰੁੱਧ ਨੇ, ਇੰਟੈਲੈਕਚੁਅਲ ਸਮਝਦੇ ਨੇ, ਸਾਰੇ ਕਹਿੰਦੇ ਵਿਰੁੱਧ ਨੇ। ਚਲੋ ਅਸੀਂ ਪਾਸੇ ਨਹੀਂ ਜਾਂਦੇ, ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹਨਾਂ ਬਿੱਲਾਂ ਦੇ ਆਧਾਰ 'ਤੇ ਜੋ ਇਸ ਲਈ ਅਪਸਰਜ ਹੋਇਆ ਪੰਜਾਬ ਦੇ ਵਿੱਚ, ਜੋ ਨਵੀਂ ਚੇਤਨਾ ਪੈਦਾ ਹੋ ਰਹੀ ਹੈ, ਕਿਉਂਕਿ ਇਹ ਮਹਿਜ਼ ਜਿਵੇਂ ਅੱਜ ਵੀ ਮਤਲਬ ਉਹਨਾਂ ਨੇ ਫੈਸਲੇ ਲਏ ਨੇ ਚੰਡੀਗੜ੍ਹ ਉੱਥੋਂ ਕੱਲ੍ਹ ਦਿੱਲੀ ਤੋਂ ਆ ਕੇ, ਕਿ ਉਹ ਲੱਗਦਾ ਕਿ ਸੰਘਰਸ਼ ਲੰਮਾ ਜਾਏਗਾ ਚੱਲੇਗਾ, ਔਰ ਸਿੱਖ ਸੰਗਤਾਂ ਦਾ ਇਨਵੋਲਵਮੈਂਟ ਬਹੁਤ ਪੰਜਾਬ ਪਿੰਡਾਂ ਦੇ ਏਰੀਏ ਸਾਰੇ ਲੋਕ ਸੈਕਸ਼ਨ ਹੋਰ ਇਨਵੋਲਵ ਹੋ ਸਾਰੇ ਸੈਕਸ਼ਨ ਇਨਵੋਲਵ ਹੋ ਜਾਣਗੇ। ਪਰ ਇਸ ਨੂੰ ਅਸੀਂ ਇਹ ਲਵਾਂਗੇ ਕਿ ਕਿਸਾਨੀ ਮੋਰਚੇ ਦਾ ਜਿਹੜਾ ਇੱਕ ਤਰ੍ਹਾਂ ਦਾ ਕਲਮੀਨੇਸ਼ਨ ਹੈ, ਉਹਦੇ ਪਿੱਛੇ ਜੋ ਸੰਘਰਸ਼ ਹੈ ਉਹ ਵੀ ਨਾਲ ਚੱਲ ਰਿਹਾ। ਬਿਲਕੁਲ ਚੱਲ ਰਿਹਾ। 50 ਸਾਲ ਦਾ ਸੰਘਰਸ਼, ਜਿਵੇਂ ਸਿੰਘ ਸਭਾ ਦਾ ਸੰਘਰਸ਼ 1920 'ਚ ਆਇਆ, ਇਸ ਤਰ੍ਹਾਂ 73 ਤੋਂ ਲੈ ਕੇ ਜੋ ਸੰਘਰਸ਼ ਲੜਿਆ ਗਿਆ ਉਹ 2020 ਦੀ ਅਵਸਰ 'ਚ ਆ ਗਿਆ। ਬਿਲਕੁਲ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ ਕਿ ਕੀ ਇੱਕ ਜਿਹੜਾ ਨਵਾਂ ਸੈਂਟਰ ਆਫ ਗ੍ਰੀਵੈਂਸਿਸ ਜਾਂ ਕਲਮੀਨੇਸ਼ਨ ਹੈ, ਇਸ ਨੂੰ ਅਕਾਲ ਤਖਤ ਸਾਹਿਬ ਐਡਰੈਸ ਕਰ ਸਕੇਗਾ 1920 ਵਾਂਗ, ਜਾਂ ਇਹ ਕੋਈ ਹੋਰ ਲੋਕ ਨਵੀਂ ਲੀਡਰਸ਼ਿਪ ਨਿਕਲੇਗੀ, ਨਵੇਂ ਇਸ਼ੂਜ਼ ਨਿਕਲਣਗੇ? ਦੇਖੋ ਜੀ, ਮੇਰੀ ਜਿਹੜੀ ਆਪਣੇ ਵਿਚਾਰ ਹੈ ਹਾਂਜੀ, ਉਹ ਹੈ ਕਿ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਬੋਡੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਹਾਂਜੀ, ਪੰਥ ਦੀ, ਕੌਮ ਦੀ, ਸਿੱਖਾਂ ਦੀ, ਮੈਂ ਤਾਂ ਕਹਿੰਦਾ ਪੰਜਾਬ ਦੀ। ਤੇ ਜੇ ਅਸੀਂ ਹੋਰ ਵੀ ਇਹਨੂੰ ਸੋਚੀਏ ਤਾਂ ਮੈਂ ਤਾਂ ਕਹਿੰਦਾ ਦੁਨੀਆ ਦਾ ਡਾਇਰੈਕਸ਼ਨ, ਦੁਨੀਆ ਦਾ ਡਾਇਰੈਕਸ਼ਨ ਜਿਹੜਾ ਹੈਗਾ ਹੈ ਅਕਾਲ ਦਾ ਤਖਤ ਸਾਹਿਬ ਜਿਹੜਾ ਹੈ, ਅਕਾਲ ਦਾ ਤਖਤ ਉਹ ਐਡਰੈਸ ਕਰ ਸਕਦਾ। ਹੋਰ ਕੋਈ ਬੋਡੀ ਜਿਹੜੀ ਹੈ ਉਹਨੂੰ ਮੈਂ ਓਨੀ ਅਹਿਮੀਅਤ ਨਹੀਂ ਦੇਵਾਂਗਾ, ਠੀਕ ਹੈ, ਕਿ ਬਈ ਉਹ ਇੰਨਾ। ਸੋ ਇਸ ਵੇਲੇ ਅਕਾਲ ਤਖਤ ਸਾਹਿਬ ਵੱਲ ਸਾਡੀ ਉਮੀਦ ਹੈ, ਸਾਡੀ ਉਮੀਦ ਹੋਣੀ ਵੀ ਚਾਹੀਦੀ ਹੈ, ਸਾਨੂੰ ਦੇਖਣਾ ਵੀ ਚਾਹੀਦਾ ਉਹਨਾਂ ਵੱਲ ਕਿ ਅਕਾਲ ਤਖਤ ਸਾਹਿਬ ਨੇ ਹੀ ਜੇ ਇਹਦੀ ਲੀਡਰਸ਼ਿਪ ਫੜਨਗੇ ਤਾਂ ਹੀ ਮੇਰੇ ਹਿਸਾਬ ਨਾਲ ਇੱਕ ਸਹੀ ਢੰਗ ਦੀ ਡਾਇਰੈਕਸ਼ਨ ਇਸ ਜਿਹੜੀ ਮੂਵਮੈਂਟ ਨੂੰ ਮਿਲ ਜਾਏਗੀ, ਲੀਡਰਸ਼ਿਪ ਮਿਲ ਜਾਏਗੀ ਇਸ ਮੂਵਮੈਂਟ ਨੂੰ, ਕਿ ਡਾਇਰੈਕਸ਼ਨ ਮਿਲ ਜਾਏਗੀ ਇਸ ਮੂਵਮੈਂਟ ਨੂੰ। ਕਿ ਪਰ ਮੈਂ ਸਮਝਦਾ ਸੋਢੀ ਸਾਹਿਬ, ਤੁਸੀਂ ਗੱਲ ਤੁਹਾਡੇ ਵਿੱਚ ਹੀ ਹੈ ਵੀ ਇਹ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਹੁਣ ਸੰਘਰਸ਼ ਦਾ ਸ਼ੁਰੂ ਹੋਇਆ ਹੈ ਜਾਂ ਅਪਸਰਜ ਆਈ ਹੈ, ਉਹ ਤਾਂ ਇਕੋਨਮਿਕ ਇਸ਼ੂਜ਼ 'ਤੇ ਨੇ, ਡਾਇਰੈਕਟ ਫੇਸ ਵੈਲਿਊ ਤਾਂ ਇਕੋਨਮਿਕ ਇਸ਼ੂਜ਼ ਨੇ। ਪਰ ਮੈਂ ਮਹਿਸੂਸ ਕਰਦਾ ਕਿ ਜਿਸ ਢੰਗ ਦੇ ਨਾਲ ਕੁਝ ਮਤਲਬ ਨੌਜਵਾਨ ਲੋਕ ਨਵੇਂ ਉੱਭਰ ਰਹੇ ਨੇ, ਜਾਂ ਜਿਵੇਂ ਮੋਰਚਾ ਸ਼ੰਭੂ ਬਾਰਡਰ ਦੇ ਮੋਰਚਾ ਲੱਗਿਆ ਹੋਇਆ ਹੈ, ਜਾਂ ਹੋਰ ਜਿਵੇਂ ਸਿੱਖ ਜਥੇਬੰਦੀਆਂ ਦੀ ਪਰਸਨੈਲਿਟੀ 'ਚ ਉੱਥੇ ਇਨਵੋਲਵਮੈਂਟ ਹੋ ਰਹੀ ਹੈ, ਕਿਉਂਕਿ ਬਾਕੀ ਕਿਸਾਨ ਤਾਂ ਬੈਠੇ ਨੇ ਟਰੈਕਸ 'ਤੇ ਧਰਨੇ ਦੇ ਰਹੇ ਨੇ, ਬੀਜੇਪੀ ਨੂੰ ਘੇਰ ਰਹੇ ਨੇ, ਉਹ ਸ਼ੰਭੂ ਮੋਰਚੇ ਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਹੋ ਰਹੀ ਹੈ। ਉਹੀ ਬੜੀ ਇੰਟਰਸਟਿੰਗ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਉਹ ਬੜੀ ਇੰਟਰਸਟਿੰਗ ਗੱਲ ਹੋ ਰਹੀ ਹੈ, ਕਿਉਂਕਿ ਸ਼ੰਭੂ ਮੋਰਚੇ 'ਤੇ ਸਿਰਫ ਕਿਸਾਨਾਂ ਦੀ ਗੱਲ ਨਹੀਂ ਹੋ ਰਹੀ ਹੁਣ ਇਹ ਸਾਰੀਆਂ ਗ੍ਰੀਵੈਂਸਿਸ ਨੂੰ ਲੈ ਕੇ ਖੜੇ ਹੈ। ਉੱਥੇ ਜਿਹੜੀ ਚੇਤਨਾ, ਜਿਹੜੀ ਗੱਲਬਾਤ ਹੋ ਰਹੀ ਹੈ, ਉਹ ਸਾਰੇ ਪੰਜਾਬ ਦੇ ਸਾਰੇ ਸਿੱਖ ਪੰਥ ਦੇ ਪੰਜਾਬ ਦੇ ਇਸ਼ੂਜ਼, ਪਾਣੀ ਦਾ ਇਸ਼ੂ ਹੈ ਜੀ, ਤੇ ਮੇਰਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ, ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਇਸ਼ੂ, ਪੰਜਾਬੀ ਦਾ ਇਸ਼ੂ, ਪੰਜਾਬੀ ਜ਼ੁਬਾਨ ਦਾ ਇਸ਼ੂ, ਸਾਡਾ ਐਜੂਕੇਸ਼ਨ ਦਾ ਇਸ਼ੂ, ਜਿਹੜਾ ਪੰਜਾਬ ਵਿਛੜਾ ਹੋ ਰਿਹਾ ਹੈ, ਵਿਛੜਦਾ ਪਿਆ ਹਰ ਪੱਖੋਂ, ਉਹਦਾ ਇਸ਼ੂ, ਕਿ ਜਿਹੜੀਆਂ ਚੀਜ਼ਾਂ ਸੈਂਟਰ ਨੇ ਐਡਰੈਸ ਨਹੀਂ ਕੀਤੀਆਂ ਜਾਂ ਆਪਣੀ ਸਰਕਾਰਾਂ ਨੇ ਨਹੀਂ, ਜਾਂ ਜੋ ਪਿਛਲੇ ਵਿੱਚ ਵਿਤਕਰੇ ਹੁੰਦੇ ਰਹੇ ਪੰਜਾਬ ਨਾਲ, ਹੁੰਦੇ ਰਹੇ ਨੇ ਪੰਜਾਬ ਦੇ ਨਾਲ, ਉਹ ਹੁਣ ਉੱਭਰਦੇ ਪਏ ਨੇ। ਇਹ ਫਿਰ ਕਿਸ ਦਿਸ਼ਾ ਜਾਏਗਾ? ਇੱਕ ਪਾਸੇ ਅਕਾਲ ਕੁੱਕਰ ਹੈ, ਪ੍ਰੈਸ਼ਰ ਕੁੱਕਰ ਦੇ ਵਿੱਚ ਇਸ ਵੇਲੇ ਸੀਟੀਆਂ ਲੱਗਦੀਆਂ ਪਈਆਂ ਨੇ, ਤੇ ਸਾਰੇ ਇਸ਼ੂਜ਼ ਜਿਹੜੇ ਆ ਹੁਣ ਉੱਪਰ ਆ ਰਹੇ ਨੇ। ਇਹ ਸਾਰੇ ਉਹ ਸੀ ਪ੍ਰੈਸ਼ਰ ਕੁੱਕਰ ਦੇ ਵਿੱਚ ਹੈਗੇ ਨੇ ਸਾਰੇ ਇਸ਼ੂਜ਼, ਹੁਣ ਉਹ ਤਕਰੀਬਨ ਬੋਇਲਿੰਗ ਪੁਆਇੰਟ 'ਤੇ ਆ ਗਏ ਨੇ। ਹੁਣ ਇਸ ਵੇਲੇ ਇਹਨਾਂ ਸਾਰੀਆਂ ਇਸ਼ੂਜ਼ ਦੇ ਸੋਲਿਊਸ਼ਨ ਲੱਭਣ ਦੀ ਲੋੜ ਹੈ। ਦੈਟਸ ਦਾ ਪੁਆਇੰਟ, ਇਹ ਪੁਆਇੰਟ ਹੈ। ਪਰ ਦੇਖੋ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ, ਲੇਕਿਨ ਇਹਦੇ 'ਚ ਮੈਂ ਸਮਝਦਾ ਜਿਹੜੀ ਅਕਾਲੀ ਦਲ ਦੀ ਜਿਹੜਾ ਜਾਂ SGPC ਦੀ ਜਿਹੜਾ ਰੋਲ ਹੋਣਾ ਚਾਹੀਦਾ ਸੀਗਾ, ਲੀਡਿੰਗ ਰੋਲ, ਉਹ ਸਾਹਮਣੇ ਨਹੀਂ ਆ ਪਾ ਰਿਹਾ, ਕਿਉਂਕਿ ਪੋਲੀਟੀਕਲ ਇਸ਼ੂ ਜਿਹੜੇ ਨੇ, ਅਕਾਲੀ ਦਲ ਪਿੱਛੇ ਹੈ, ਕਾਂਗਰਸ ਪਿੱਛੇ ਹੈ, ਹੋਰ ਜਥੇਬੰਦੀਆਂ ਪਿੱਛੇ ਨੇ, ਲੇਕਿਨ ਕਿਸਾਨ ਅੱਗੇ ਨੇ, ਕਿਸਾਨਾਂ ਦੇ ਯੂਥ ਅੱਗੇ ਆ ਗਿਆ। ਹੁਣ ਇੱਕ ਪਾਸੇ ਸ਼ੰਭੂ ਬੈਰੀਅਰ ਦਾ ਵਿਚਾਰ ਕੀ ਚੱਲ ਰਿਹਾ, ਤੁਸੀਂ ਦੱਸ ਰਹੇ ਹੋ, ਇੱਕ ਪਾਸੇ ਦੂਜੀਆਂ ਪੋਲੀਟੀਕਲ ਪਾਰਟੀਆਂ ਦੀਆਂ, ਇੱਕ ਪਾਸੇ ਰੋਲ ਆਫ ਅਕਾਲ ਤਖਤ ਜੀ। ਇਹਨਾਂ ਤਿੰਨਾਂ ਦੇ ਵਿੱਚੋਂ, ਤਿੰਨਾਂ ਸਥਿਤੀਆਂ ਦੇ ਵਿੱਚੋਂ ਅਕਾਲ ਤਖਤ ਸਾਹਿਬ ਦਾ ਤੁਸੀਂ ਰੋਲ ਕੀ ਦਾ? ਕਿਉਂਕਿ ਦੇਖੋ, ਅਕਾਲ ਤਖਤ ਸਾਹਿਬ ਨੇ ਜਦੋਂ 12 ਅਕਤੂਬਰ 1920 ਨੂੰ ਆਜ਼ਾਦ ਹੋ ਗਿਆ ਸੀ ਅਕਾਲ ਤਖਤ, ਤੇਜਾ ਸਿੰਘ ਪੁੱਚਰ ਜਥੇਦਾਰ ਬਣੇ ਸੀਗੇ, ਬਿਲਕੁਲ ਉਹਨਾਂ ਦੇ ਇਨੀਸ਼ੀਏਟਿਵ 'ਤੇ ਫਿਰ 15 ਨਵੰਬਰ 1920 ਨੂੰ ਪੰਥ ਇਕੱਠਾ ਹੋਇਆ ਸੀ। ਉੱਥੋਂ ਫਿਰ SGPC ਹੋਣ ਦੀ ਚਾਹੀ ਸੀ। ਹਾਂਜੀ, ਫਿਰ 1 ਮਹੀਨੇ ਬਾਅਦ 15 ਦਸੰਬਰ ਨੂੰ ਲਗਭਗ ਉਹ ਅਕਾਲੀ ਦਲ ਹੋਣ 'ਚ ਆਇਆ ਸੀ, ਔਰ ਇੱਕ 100 ਸਾਲ ਦਾ ਸੰਘਰਸ਼ ਲੜਿਆ ਗਿਆ। ਜੀ ਹਾਂ, ਠੀਕ ਹੈ ਨਾ ਜੀ। ਮਤਲਬ ਸਾਰੇ ਸੰਘਰਸ਼ ਨੂੰ ਇੱਕ ਤਰ੍ਹਾਂ ਦੀ ਭਾਵੇਂ ਬਾਅਦ 'ਚ ਗੁਰਦੁਆਰਾ ਸੁਧਾਰ ਲਹਿਰ ਚੱਲੀ, 1925 ਦਾ ਐਕਟ ਬਣਿਆ, ਸਾਰਾ ਕੋਈ ਵੱਖਰਾ ਸਾਹਮਣੇ ਇਤਿਹਾਸ ਹੈ।
ਕੀ ਤੁਸੀਂ ਸਮਝਦੇ ਹੋ ਵੀ ਅੱਜ ਦੇ ਸਮੇਂ 'ਚ ਜਿਵੇਂ ਅਕਾਲ ਤਖਤ ਸਾਹਿਬ ਨੇ ਉਸ ਵੇਲੇ ਜ਼ਿੰਮੇਵਾਰੀ ਮਹਿਸੂਸ ਕਰਕੇ ਇਹ ਸਾਰਿਆਂ ਨੂੰ ਜਿਹੜੀ ਸਾਰਾ ਸੰਘਰਸ਼ ਨੂੰ ਕਲਮੀਨੇਟ ਕੀਤਾ, ਖਾਸ ਤੌਰ 'ਤੇ ਜਿਹੜਾ ਦਲਿਤਾਂ ਦਾ ਇਸ਼ੂਜ਼ ਵੀ ਹੈ, ਕਿਉਂਕਿ ਇਹਦੇ ਵਿੱਚ ਦਲਿਤ ਚੇਤਨਾ ਨੂੰ ਵੱਖਰੇ ਤੌਰ 'ਤੇ ਵੇਖਿਆ ਜਾ ਰਿਹਾ, ਠੀਕ ਹੈ ਨਾ ਜੀ। ਔਰ ਖਾਲਸਾ ਜਿਹੜਾ ਸਾਡਾ ਪੂਰਾ ਪਰਿਵਾਰ ਹੈ ਉਹਦੇ 'ਚ ਇੱਕ ਵਰਗ ਹੈ, ਕੋਈ ਗੱਲ ਨਹੀਂ, ਉਹ ਵਰਗ ਹੁੰਦੇ ਵੀ ਨੇ ਆਪਣੇ ਤਰੀਕੇ ਨਾਲ, ਹਰ ਇੱਕ ਨੇ ਆਪਣੇ ਕਰਨ। ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਡੈਡੀਕੇਸ਼ਨ ਦੀ ਹੈ ਨਾ ਜੀ, ਸਮਰਪਿਤ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨੇ, ਚਾਹੇ ਕੋਈ ਵੀ ਹੈ। ਲੇਕਿਨ ਇਹ 'ਚ ਅਕਾਲ ਤਖਤ ਸਾਹਿਬ ਦਾ ਕੀ ਰੋਲ ਤੁਸੀਂ ਕਰਦੇ ਹੋ? ਕਿਉਂਕਿ ਅੱਜ ਹਰਪ੍ਰੀਤ ਸਿੰਘ ਨੂੰ ਕੀ ਤੁਸੀਂ ਕਿੱਥੇ ਰੇਟ ਕਰਦੇ ਹੋ? ਕਿਉਂਕਿ ਅੱਜ ਦੀ ਜਿਹੜੀ ਖਬਰਾਂ ਨੇ ਕਿ ਉਹ ਜਿਹੜਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਆਇਆ ਸੀ, ਉਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ, ਉਸ ਨੂੰ ਉਹ ਕਹਿੰਦੇ ਸਜ਼ਾਵਾਂ ਦਿਓ, ਕੇਸ ਦਰਜ ਕਰਾਓ, ਉਹ ਫਿਰ ਉਹਨਾਂ ਨੇ ਅਕਾਲ ਤਖਤ ਦੇ ਵਿਹੜੇ ਭੇਜ ਦਿੱਤਾ ਹੈ। ਮਤਲਬ ਅਕਾਲ ਤਖਤ ਜਿਵੇਂ ਪਾਤਾ, ਹੁਣ ਅਕਾਲ ਤਖਤ ਸਾਹਿਬ ਕਹਿੰਦੇ ਮਿਸਾਲੀ ਸਜ਼ਾ ਦਿਓ ਉਹਨਾਂ ਨੂੰ। ਅਕਾਲ ਤਖਤ ਸਾਹਿਬ ਕਿਹੜੀ ਮਿਸਾਲੀ ਸਜ਼ਾ ਦੇਵੇ ਜਾਂ ਇਹ ਕਿਸ ਤਰ੍ਹਾਂ ਕਰੇ? ਅਸੀਂ ਵੀ ਅਕਾਲ ਤਖਤ ਦੀ ਗੱਲ ਕਰਦੇ ਹਾਂ ਜੀ, ਸਿਧਾਂਤਕ ਗੱਲ ਕਰਦੇ ਹਾਂ, ਇਤਿਹਾਸਕ ਪੱਖੋਂ। ਤੁਸੀਂ ਇਹਨੂੰ ਕਿਵੇਂ ਲੈਂਦੇ? ਦੇਖੋ ਜੀ, ਅਕਾਲ ਤਖਤ ਸਾਹਿਬ ਦਾ ਰੋਲ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਰੋਲ ਹੈ, ਬਹੁਤ ਇੰਪੋਰਟੈਂਟ ਰੋਲ ਹੈ। ਅਤੇ ਹੁਣ ਜਿਹੜਾ ਇਹਨਾਂ ਨੇ ਚੁੱਕ ਕੇ ਫਿਰ ਮੁੱਦਾ ਜਿਹੜਾ ਪਾਤਾ ਹੈ, ਅਕਾਲ ਤਖਤ ਸਾਹਿਬ ਇਜ਼ ਨਾਟ ਅ ਜੁਡੀਸ਼ੀਅਲ ਬੋਡੀ। ਅਕਾਲ ਤਖਤ ਸਾਹਿਬ ਕੋਈ, ਜਿਸ ਤਰ੍ਹਾਂ ਕਿਸੇ ਨੇ ਹੋਰ ਨੇ ਵੀ ਕਿਹਾ ਕਿ ਇੰਟਰੋਗੇਸ਼ਨ ਸੈਂਟਰ ਤਾਂ ਹੈ ਨਹੀਂ, ਕਿ ਇਹਨਾਂ ਦਾ ਕੰਮ ਨਹੀਂ ਹੈਗਾ ਕਿ ਤੁਸੀਂ ਸਜ਼ਾਵਾਂ ਜਿਹੜੀਆਂ ਹੈਗੀਆਂ ਸਿਵਲ ਨੇਚਰ ਦੀਆਂ ਜਾਂ ਕ੍ਰਿਮੀਨਲ ਨੇਚਰ ਦੀਆਂ ਸਜ਼ਾਵਾਂ ਸੁਣਾਓ। ਇਹ ਤਾਂ ਜਿਹੜੀਆਂ ਸਜ਼ਾਵਾਂ ਸੁਣਾਉਣ ਦਾ ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈ, ਉਹ ਹੈ ਕਿ ਰਿਲੀਜੀਅਸ ਲੈਵਲ ਦੀ, ਪੰਥਕ ਲੈਵਲ ਦੇ ਉੱਤੇ ਅਗਲਿਆਂ ਨੂੰ ਅਹਿਸਾਸ ਕਰਾਓ ਕਿ ਤੁਹਾਡੀ ਗਲਤੀ ਹੋਈ ਹੈ, ਅਤੇ ਪੂਰੇ ਪੰਥ ਦੇ ਵਿੱਚ ਮੈਸੇਜ ਚੱਲ ਜਾਂਦਾ ਕਿ ਵੀ ਜੀ ਅਗਲੇ ਨੇ ਗਲਤੀ ਕੀਤੀ ਅਤੇ ਇਸ ਗਲਤੀ ਦੀ ਸਜ਼ਾ ਅਕਾਲ ਤਖਤ ਸਾਹਿਬ ਨੇ। ਮਗਰ ਉਹ ਉਹਨਾਂ ਵਾਸਤੇ ਲਾਗੂ ਹੈ ਜਿਹੜੇ ਪੰਥ ਦੇ ਵਿੱਚ ਆਪਣਾ ਪੂਰਾ ਵਿਸ਼ਵਾਸ ਰੱਖਦੇ ਨੇ, ਜਾਂ ਪੰਥਕ ਜਿਹੜੇ ਪੰਥ ਦੇ ਨਾਲ ਜਾਂ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ। ਪਰ ਜਿਹੜਾ ਬੰਦਾ ਇਸ ਵਿਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ, ਉਹਦੇ ਉੱਤੇ ਨਹੀਂ, ਪਰ ਜਿਹੜੇ ਉਹ ਮੁਲਾਜ਼ਮ ਨੇ, ਕਿਉਂਕਿ ਮੈਨੂੰ ਤਾਂ ਮੁਲਾਜ਼ਮ ਨੇ ਨਾ ਜੀ, ਮੁਲਾਜ਼ਮ ਤਾਂ ਸਿੱਖ ਹੀ ਨੇ ਨਾ ਜੀ। ਪਰਟੀਕੂਲਰ ਇੰਸਟੈਂਸ ਸਵਾਲ ਵੀ ਉਹ ਜਿਹੜਾ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਮਿਸਾਲੀ ਸਜ਼ਾਵਾਂ ਦਿਓ, ਤਾਂ ਕਿ ਉਹ ਚਾਹੁੰਦੇ ਨੇ ਸ਼ਾਇਦ ਜੋ ਉਹਦਾ ਪਿੱਛੇ ਜਿਹੜੀ ਬੋਟਮ ਲਾਈਨ ਇਹ ਹੈ ਕਿ ਉਹ ਜਿਹੜਾ ਮੋਰਚਾ ਲੱਗਿਆ ਹੋਇਆ ਉਹਨੂੰ ਦੱਸਣਾ ਚਾਹੁੰਦੇ ਕਿ ਸਜ਼ਾ ਦਿੱਤੀ। ਹੁਣ ਕੀ ਜਿਵੇਂ ਪਹਿਲਾਂ ਇੱਕ ਕਰਤਾਰ ਸਿੰਘ ਬੇਦੀ ਨੂੰ ਸਜ਼ਾ ਦਿੱਤੀ ਸੀ ਅਕਾਲ ਤਖਤ ਸਾਹਿਬ ਨੇ, ਕਿ ਉਹਨਾਂ ਨੂੰ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਪੈਦਲ ਚੱਲਣ ਦੀ ਸਜ਼ਾ ਦਿੱਤੀ ਸੀ। ਉਹਨਾਂ ਸਮੇਂ 'ਚ 10,000 ਰੁਪਈਆ ਗੋਰਖ ਛਪਾਉਣ ਦੀ ਸਜ਼ਾ ਦਿੱਤੀ ਸੀ। ਮਤਲਬ ਉਸ ਸਮੇਂ ਮਤਲਬ ਕਿ ਮਿਸਾਲੀ ਸੀ। ਬਿਲਕੁਲ। ਹੁਣ ਇਹ ਜਿਹੜੀ ਗੱਲ ਆ ਰਹੀ ਹੈ, ਇੱਕ ਪਾਸੇ ਤਾਂ ਪੰਜਾਬ ਭੜਕਿਆ ਪਿਆ, ਗਰਮ ਹੈ, ਪੰਜਾਬ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ। ਬਿਲਕੁਲ। ਇੱਕ ਪਾਸੇ ਸਾਡੀ ਅੰਦਰੂਨੀ ਖਿੱਚੋਤਾਣ ਦੇ ਵਿੱਚ ਅਸੀਂ ਉਲਝੇ ਹੋਏ ਹਾਂ। ਅਕਾਲੀ ਦਲ ਦਾ ਕੋਈ ਮਤਲਬ ਮੈਂ ਸਮਝਦਾ ਕਿ ਇਸ ਲਈ ਲੀਡਿੰਗ ਰੋਲ ਰਿਹਾ ਹੀ ਨਹੀਂ ਗਿਆ, ਕਿਉਂਕਿ ਉਹਨਾਂ ਨੇ ਸਾਰੀ ਸਿਧਾਂਤਾਂ ਛੱਡ ਦਿੱਤੇ, ਅਨੰਦਪੁਰ ਦਾ ਮਤਾ ਛੱਡ ਦਿੱਤਾ ਹੋਇਆ। ਕੋਈ ਜਿਹੜਾ ਸਾਡਾ ਸਿਧਾਂਤਕ ਇਸ਼ੂਜ਼ ਕੀ ਨੇ ਪੰਥ ਦੇ, ਉਹਨਾਂ ਬਾਰੇ ਗੱਲ ਨਹੀਂ ਕਦੀ ਕਰਦੇ, ਉਹ ਸੱਤਾ ਲਈ ਕਰਦੇ ਨੇ। ਸੋ ਮੈਂ ਇਹਦੇ ਵਾਸਤੇ ਫਿਰ ਆਪਾਂ ਗੱਲ ਕਰਾਂਗੇ। ਪਰ ਮੈਂ ਸਮਝਦਾ ਕਿ ਇਸ ਲਈ ਅਕਾਲ ਤਖਤ ਸਾਹਿਬ ਦਾ ਇਸ ਲਈ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕਿਸ ਢੰਗ ਦੇ ਨਾਲ ਉਹ ਸਮੇਂ ਤੋਂ ਉੱਪਰ ਉਤਰੇ। ਮੈਂ ਇਹ ਵੀ ਮਹਿਸੂਸ ਕਰਦਾ ਕਿ SGPC ਕੁਝ ਜ਼ਿਆਦਾ ਓਵਰ ਐਕਟ ਨਹੀਂ ਕਰ ਰਹੀ ਜੀ, ਕਿ ਆਪਣੇ ਤੌਰ 'ਤੇ ਮਸਲਾ ਹੱਲ ਕਰਨ ਦਾ ਸਾਰਾ ਕੋਈ ਅਕਾਲ ਤਖਤ ਦੇ ਵਿਹੜੇ ਛੱਡ। ਮੇਰਾ ਖਿਆਲ ਹੈ ਕਿ SGPC ਕੋਲ ਆਪਣੇ ਜਿਹੜਾ ਇੱਕ ਨਾ ਕੋਲ ਆਪਣੇ ਇੱਕ ਰੂਲਸ ਐਂਡ ਰੈਗੂਲੇਸ਼ਨਸ ਦਾ ਪੂਰਾ ਖਲੜਾ ਹੈਗਾ ਜੀ। ਤਾਂ ਇਸ ਕਰਕੇ ਉਹਨਾਂ ਨੂੰ ਇਹ ਜਿਹੜੇ ਐਕਸ਼ਨ ਅਕਾਲ ਤਖਤ ਸਾਹਿਬ ਨੇ ਤਾਂ ਇਨਕੁਆਇਰੀ ਬਿਠਾਤੀ ਅਤੇ ਉਹਨਾਂ ਦੇ ਆਪਣਾ ਤੁਹਾਡੇ ਅੱਗੇ ਨੋਮੀਨੇਟ ਕਰਦੇ ਵੀ ਇਹ ਬੰਦੇ ਦੋਸ਼ੀ ਨੇ, ਇਹ ਬੰਦਿਆਂ ਨੇ ਇਨਕੁਆਇਰੀ ਬਣਾ ਕੇ ਅਤੇ ਉਹਨਾਂ ਨੇ ਜਿਹੜੀ ਆਪਣੀ ਜਿਹੜਾ ਉਹਦਾ ਫਾਈਂਡਿੰਗ ਸੀਗੀ ਇਨਕੁਆਇਰੀ ਦੀ, ਉਹ ਤੁਹਾਡੇ ਸਾਹਮਣੇ ਰੱਖ ਦਿੱਤੀਆਂ। ਹੁਣ ਉਸ ਦੇ ਉੱਤੇ ਜਿਹੜਾ ਐਕਸ਼ਨ ਲੈਣਾ ਹੈ ਉਹ ਤਾਂ SGPC ਦਾ ਬਣਦਾ ਜੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਗਰ ਹਮੇਸ਼ਾ ਆਪਣੇ ਜਿਹੜਾ ਮਤਲਬ ਹੈ ਰਿਸਪੌਂਸਿਬਿਲਿਟੀ ਤੋਂ ਭੱਜਦੇ ਹੀ ਰਹਿਣਗੇ ਤਾਂ ਕਿੱਥੇ ਤੱਕ ਗੱਲ ਪਹੁੰਚੇਗੀ? ਉਹ ਹਰ ਇੱਕ ਚੀਜ਼ ਜਿਹੜੀ ਹੈ ਸਿਰਫ ਚੁੱਕ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਨਹੀਂ ਪਾ ਸਕਦੇ। ਇਸੇ ਕਰਕੇ ਅਸੀਂ ਕਹਿਣਾ ਜੀ ਕਿ ਅਕਾਲ ਤਖਤ SGPC ਵਰਕਿੰਗ 'ਚ ਪੂਰੇ ਰਿਫੋਰਮਸ ਦੀ ਲੋੜ ਹੈ ਇਸ ਲਈ। ਐਡਮਿਨਿਸਟ੍ਰੇਟਿਵ ਰਿਫੋਰਮਸ, ਚੋਣ ਰਿਫੋਰਮਸ, ਵਿਦਿਅਕ ਸਿਹਤ ਸੇਵਾਵਾਂ ਸੰਬੰਧੀ ਐਡਮਿਨਿਸਟ੍ਰੇਟਿਵ ਰਿਫੋਰਮਸ, ਜਿਹਨੂੰ ਚੋਣਾਂ ਦੀ ਆਪਾਂ ਗੱਲ ਕਰ ਸਕਦੇ ਹਾਂ ਕਿ 100 ਸਾਲ ਬਾਅਦ ਬੜੀ ਵੱਡੀ ਗੱਲ ਹੁੰਦੀ ਹੈ ਇੱਕ ਜਥਾ ਬਚਾ ਕੇ ਰੱਖਣਾ, ਕਿਉਂਕਿ ਸਟੈਚੂਟ ਬੋਡੀ ਹੈ। ਹੁਣ ਜਦੋਂ 100 ਸਾਲ ਅਸੀਂ ਮਤਲਬ 2120 ਤੱਕ ਆਪਾਂ ਹਾਈਪੋਥੈਟੀਕਲ ਕੁਐਸਚਨ ਹੈ, 2120 ਤੱਕ ਅਸੀਂ ਕੀ ਕਰ ਸਕੀਏ ਕਿ ਨਵੀਂ SGPC ਮਰਜ ਹੋਵੇ ਜੀ, ਨਵਾਂ ਅਕਾਲੀ ਦਲ ਮਰਜ ਹੋਵੇ ਔਰ ਨਵੀਂ ਚੇਤਨਾ ਦੇ ਨਾਲ ਪੈਦਾ ਹੋ ਕੇ ਇੱਕ ਨਵਾਂ ਪੰਜਾਬ ਅਤੇ ਨਵਾਂ ਸਿੱਖ ਪੰਥ ਸਾਹਮਣੇ ਆਵੇ। ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਆਪਾਂ ਹੁਣ ਥੋੜ੍ਹਾ ਕੰਕਲੂਜਨ ਜਾਈਏ ਕਿ ਜੋ ਪੰਜਾਬ ਦੀ ਸਥਿਤੀਆਂ ਬਣੀਆਂ ਹੋਈਆਂ ਨੇ, ਇਸ ਲਈ ਸੰਘਰਸ਼ ਲੜਿਆ ਜਾ ਰਿਹਾ ਹੈ। ਸਰਕਾਰਾਂ, ਕੇਂਦਰ ਸਰਕਾਰ ਇਹ ਆਵਾਜ਼ ਕਰ ਰਹੀ ਹੈ। ਬਿਲਕੁਲ। ਅਗਰ ਕਿਸੇ ਤਰ੍ਹਾਂ ਇੱਥੇ ਹਾਲਾਤ ਖਰਾਬ ਹੁੰਦੇ ਨੇ
ਤਾਂ ਇੱਥੇ ਰਾਸ਼ਟਰਪਤੀ ਰਾਜ ਦੀ ਵੀ ਸੰਭਾਵਨਾ ਬਣ ਸਕਦੀ ਸੰਭਾਵਨਾ ਹੈਗੀ ਹੈ ਨਾ ਜੀ। ਬਿਲਕੁਲ ਹੈਗੀ। ਔਰ ਉਸ ਵੇਲੇ ਫਿਰ ਨਵਾਂ ਤਸ਼ੱਦਦ ਦਾ ਦੌਰ ਸ਼ੁਰੂ ਹੋਏਗਾ। ਬਿਲਕੁਲ। ਸੋ ਇਹ ਜਿਹੜੀ ਸਾਰੀ ਕ੍ਰਿਟੀਕਲ ਸਿਚੁਏਸ਼ਨ ਬਣੀ ਹੈ ਇਹ ਸਾਰਿਆਂ ਨੂੰ ਅਫੈਕਟ ਕਰੇਗੀ। ਬਿਲਕੁਲ ਕਰੇਗੀ। ਸੋ ਮੈਂ ਸਮਝਦਾ ਕਿ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ SGPC, ਅਕਾਲ ਤਖਤ, ਅਕਾਲੀ ਦਲ, ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ, ਨਵਾਂ ਯੂਥ ਇਹ ਕਿਸ ਢੰਗ ਦੇ ਨਾਲ ਅੱਗੇ ਚੱਲਣ ਕਿ ਇਸ ਨਾਲ ਕਿ ਇੱਕ ਨਵਾਂ ਅਸੀਂ ਪੰਜਾਬ ਸਿਰ ਸਕੀਏ? ਨਹੀਂ, ਤੁਸੀਂ ਬੜਾ ਜਿਹੜਾ ਇੰਟਰਸਟਿੰਗ ਸਵਾਲ ਪਾਤਾ, ਬੜਾ ਵੱਡਾ ਸਵਾਲ ਹੈ ਲਗਨ। ਠੀਕ ਹੈ, ਦੋ ਸ਼ਬਦਾਂ 'ਚ ਆਪਾਂ ਕੰਕਲੂਡ ਕਰੀਏ। ਜੇ ਅਸੀਂ ਸੋਚੀਏ ਤਾਂ ਅਕਾਲੀ ਦਲ ਨੇ ਹੁਣ ਆਪਣੇ ਇੰਨੀ ਗਲੋਰੀਅਸ ਹਿਸਟਰੀ ਸਮਝ ਲਈਏ, ਔਰ ਗਲੋਰੀਅਸ ਹਿਸਟਰੀ ਤੋਂ ਬਾਅਦ ਹੁਣ ਤਕਰੀਬਨ ਡਾਊਨਫਾਲ 'ਤੇ ਆ ਗਿਆ ਅਤੇ ਲੋਕਾਂ ਦੀ ਕ੍ਰੈਡੀਬਿਲਿਟੀ ਪੋਲੀਟੀਕਲ ਸਿਸਟਮ, ਅਕਾਲੀ ਦਲ ਦੇ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਜਾਂ ਥਾਟ ਦੇ ਵਿੱਚ ਜਾਂ ਸੋਚ ਦੇ ਵਿੱਚ ਇੰਨਾ ਵਿਸ਼ਵਾਸ ਨਹੀਂ ਹੈਗਾ ਇਸ ਵੇਲੇ। ਸੇਮ ਜਿਹੜੀ ਇਹ ਚੀਜ਼ ਸਾਨੂੰ ਦਿਖਦੀ ਪਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇਹਨਾਂ ਦਾ ਆਪਸੀ ਜਿਹੜਾ ਸੈਲਫ ਕੌਨਫੀਡੈਂਸ ਵੀ ਜਿਹੜਾ ਹੈਗਾ ਨਾ ਉਹ ਵੀ ਘਟਦਾ ਜਾ ਰਿਹਾ ਕਿ ਜਿਹੜਾ ਹੁਣ ਹਰ ਇੱਕ ਚੀਜ਼ ਦੇ ਵਿੱਚ ਪਿੱਛੇ ਹਟਦੇ ਪਏ ਨੇ ਤਾਂ ਆਪਣਾ ਸੈਲਫ ਕੌਨਫੀਡੈਂਸ ਘਟਦਾ ਜਾ ਰਿਹਾ। ਪੰਜਾਬ ਸਰਕਾਰ ਦੇ ਵਿੱਚ ਇਹ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਕਾਬਜ਼ ਹੈ। ਸੋ ਕਾਂਗਰਸ ਪਾਰਟੀ ਇਜ਼ ਦ ਰੂਲਿੰਗ ਪਾਰਟੀ। ਕਾਂਗਰਸ ਪਾਰਟੀ ਸੈਂਟਰਲ ਪਾਰਟੀ, ਸੈਂਟਰਲ ਸਰਕਾਰ ਦੇ ਵਿਰੋਧ 'ਚ ਖੜੀ ਹੋਈ ਹੈ। ਸੋ ਕਾਂਗਰਸ ਪਾਰਟੀ ਤੋਂ ਅਸੀਂ ਜੇ ਜ਼ਿਆਦਾ ਉਮੀਦ ਰੱਖੀਏ ਤਾਂ ਉਹ ਵੀ ਸਾਡੀ ਜਿਹੜੀ ਹੈ, ਪਰ ਉਹ ਕਨਫਰੰਟੇਸ਼ਨ ਵਾਸਤੇ ਪਾਸੇ ਜਾ ਰਹੇ 19 ਤਰੀਕ ਉਹਨਾਂ ਨੇ ਸੱਦ ਲਿਆ ਜੀ। ਕਾਂਗਰਸ ਪਾਰਟੀ ਪੰਜਾਬ ਦੀ ਸਰਕਾਰ ਅੱਜ ਦੀ ਡੇਟ 'ਚ ਹੈਗੀ ਹੈ, ਇਹਨਾਂ ਨੂੰ ਬਹੁਤ ਸਮਝਦਾਰੀ ਨਾਲ ਕਦਮ ਚੁੱਕਣੇ ਪੈਣਗੇ ਕਿ ਕਿਤੇ ਇਸ ਤਰ੍ਹਾਂ ਨਾ ਹੋਏ ਕਿ ਪੰਜਾਬ ਦਾ ਹੋਰ ਨੁਕਸਾਨ ਹੋ ਜਾਵੇ। ਭਲਾ ਹੋਣ ਦੀ ਜਗ੍ਹਾ ਹੋਰ ਨੁਕਸਾਨ ਵੱਲ ਨਾ ਅਸੀਂ ਧਕੇਲਦੇ ਜਾਈਏ ਬੰਦਿਆਂ ਨੂੰ, ਕਿਉਂਕਿ ਕਨਫਰੰਟੇਸ਼ਨ ਸੈਂਟਰ ਦੇ ਨਾਲ ਲੈਣ ਦੇ ਲੋਕਾਂ ਦੇ ਜਜ਼ਬਾਤ ਤਾਂ ਬਹੁਤ ਉੱਪਰੇ ਹੋਏ ਨੇ ਜੀ। ਲੋਕਾਂ ਦੇ ਜਜ਼ਬਾਤ ਬਿਲਕੁਲ ਉੱਪਰੇ ਹੋਏ ਨੇ, ਕਿਉਂਕਿ ਉਹ ਤਾਂ ਮੇਰਾ ਖਿਆਲ ਡਾਇਰੈਕਟ ਕਨਫਰੰਟੇਸ਼ਨ ਵਿੱਚ ਸੈਂਟਰ ਆ ਜਾਣਗੇ ਸਾਰੇ ਜੀ। ਇਹ ਮਾਹੌਲ ਤਾਂ ਇਸ ਵੇਲੇ ਇਹੀ ਬਣਦਾ ਪਿਆ ਹੈ। ਮਗਰ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਜਿਹੜੀ ਬੁੱਧੀਜੀਵੀ ਦਾ ਜਿਹੜੀ ਲੋੜ ਹੈ ਇਸ ਵੇਲੇ ਚੇਤਨਾ ਦੀ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਬੈਠ ਕੇ ਸੋਚੀਏ ਕਿ ਇਹਦਾ ਸੁਝਾਅ ਕੀ ਹੈ, ਇਹਦਾ ਹੱਲ ਕੀ ਹੈ। ਅਤੇ ਮੇਰੇ ਹਿਸਾਬ ਨਾਲ ਜਿਹੜਾ ਇਹਦਾ ਹੱਲ ਹੈ ਇਸ ਵੇਲੇ ਜਿਹੜਾ ਹੈਗਾ ਹੈ ਕਿ ਸਾਨੂੰ ਜਿਹੜਾ ਅਸੀਂ 4 ਸਟੈਪ ਅੱਗੇ ਲੈਂਦੇ ਹਾਂ, ਕਦੀ ਸਾਨੂੰ 1 ਸਟੈਪ ਪਿੱਛੇ ਵੀ ਲੈਣਾ ਪੈਂਦਾ। ਪਿੱਛੇ 1 ਸਟੈਪ ਕਦਮ ਪਿੱਛੇ ਲੈ ਕੇ ਫਿਰ ਅਸੀਂ ਸੋਚੀਏ ਇਹਨੂੰ ਟੋਟੈਲਿਟੀ 'ਚ ਕਿ ਅਸੀਂ ਜੇ ਕੋਈ ਸਟੈਪ ਲੈਂਦੇ ਹਾਂ, ਕੋਈ ਕਦਮ ਲੈਂਦੇ ਹਾਂ ਅਤੇ ਉਹਦਾ ਰਿਜ਼ਲਟ ਕੀ ਹੋਏਗਾ। ਸਾਨੂੰ ਹੁਣ ਰਿਜ਼ਲਟ ਵੱਲ ਸੋਚਣਾ ਚਾਹੀਦਾ ਹੈ ਕਿ ਅਸੀਂ ਰਿਜ਼ਲਟ ਚਾਹੁੰਦੇ ਕੀ ਹਾਂ। ਪਹਿਲਾਂ ਉਹ ਸਪਸ਼ਟ ਹੋਣਾ ਚਾਹੀਦਾ ਸਾਡੇ ਗੋਲ ਕੀ ਨੇ, ਸਾਡੇ ਏਮ ਕੀ ਨੇ। ਸਾਡੇ ਜਦੋਂ ਗੋਲ ਪਤਾ ਲੱਗ ਜਾਏਗਾ ਸਾਡਾ ਕੀ ਹੈ ਤਾਂ ਸਾਨੂੰ ਕਦਮ ਵੀ ਆਪਣੇ ਆਪ ਪਤਾ ਲੱਗ ਜਾਣਗੇ ਸਾਨੂੰ ਕੀ ਕਦਮ ਚੁੱਕਣੇ ਪੈਣਗੇ। ਦੈਟ ਮੀਨਸ ਕਿ ਜਿਹੜਾ ਸਾਡਾ ਇਸ ਵੇਲੇ ਪੂਰਾ ਸਟਰਕਚਰ ਹੈ ਪੰਜਾਬ ਦਾ ਉਹ ਹੀ ਇਸ ਵੇਲੇ ਖਤਰੇ 'ਚ ਹੈ ਜਾਂ ਵਿਖਰ ਗਿਆ ਔਰ ਇਹਨੂੰ ਇਕੱਠਾ ਕਿਵੇਂ ਕਰਨਾ ਹੈ ਦੀ ਲੋੜ ਹੈ। ਕਿਉਂਕਿ ਅਸੀਂ ਪਾਰਟੀਆਂ ਤੋਂ ਉੱਚੇ ਉੱਠਣਾ ਪਊਗਾ, ਪਾਰਟੀਬਾਜ਼ੀ ਤੋਂ। ਹੁਣ ਪੰਜਾਬੀਅਤ ਦੇ ਵਿੱਚ ਸਾਨੂੰ ਪੰਜਾਬ ਦੇ ਦਾਇਰੇ ਵਿੱਚ ਰਹਿਣਾ ਪਊਗਾ ਕਿ ਅਸੀਂ ਜੋ ਵੀ ਗੱਲ ਕਰਨੀ ਆ ਪੰਜਾਬ ਦੀ ਭਲਾਈ ਵਾਸਤੇ ਕਰਨੀ ਹੈ। ਹੁਣ ਪਾਰਟੀ ਬਾਰੇ ਨਾ ਸੋਚੋ, ਹੁਣ ਤੁਸੀਂ ਕਿ ਅਸੀਂ ਹੁਣ ਜਿਹੜਾ ਸਰਕਾਰ ਬਣਾਉਣ ਦੇ ਬਾਰੇ ਨਾ ਸੋਚੋ। 2022 ਦਾ ਜਿਹੜਾ ਸੀਗਾ ਟਾਰਗੇਟ ਉਹਦੇ ਬਾਰੇ ਤੁਸੀਂ ਨਾ ਸੋਚੋ, ਪਹਿਲਾਂ ਸਿਰਫ ਪੰਜਾਬ ਬਾਰੇ ਸੋਚੋ। ਪੰਜਾਬ ਨੂੰ ਕੀ ਲੋੜ ਹੈ ਇਸ ਵੇਲੇ, ਪੰਜਾਬੀਅਤ ਨੂੰ ਜਾਂ ਪੰਜਾਬ ਨੂੰ ਬਚਾਉਣ ਦੀ ਕੀ ਲੋੜ ਹੈ। ਸਾਰੇ ਜਦੋਂ ਇਕੱਠੇ ਹੋਣਗੇ ਤਾਂ ਸੋਲੂਸ਼ਨ ਆਪਣੇ ਆਪ ਨਿਕਲ ਆਵੇਗਾ। ਸੋ ਮੈਂ ਮਹਿਸੂਸ ਕਰਦਾ ਕਿ ਸੋਢੀ ਵਿਕਰਮ ਸਿੰਘ ਜੀ ਨੇ ਅੱਜ ਬਹੁਤ ਅੱਛੇ ਪੁਆਇੰਟ 'ਤੇ, ਬੜੇ ਸੁਜੈਸਟਿਵ ਪੁਆਇੰਟ 'ਤੇ ਸੋਲੂਸ਼ਨ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ, ਚਾਹੇ ਜਿਹੜੀ ਸਾਡੀ ਧਿਰਾਂ ਹੈਗੀਆਂ ਨੇ, ਉਹਨਾਂ ਸਾਰਿਆਂ ਨੂੰ ਪੰਜਾਬ ਨੂੰ ਮੁੱਖ ਰੱਖ ਕੇ ਸੋਚਣਾ ਚਾਹੀਦਾ ਹੈ। ਪੰਜਾਬ ਦੇ ਹਿੱਤ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਮਿਲ ਕੇ ਬੈਠਣਾ ਚਾਹੀਦਾ ਹੈ। ਜਿਵੇਂ ਮੈਂ ਹੁਣ ਕੱਲ੍ਹ ਦੀ ਐਗਜ਼ਾਮਪਲ ਦੱਸਦਾ ਕਿ ਮੁਫਤੀ ਸਈਦ ਜਿਹੜੀ ਸੀ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ, ਉਹ ਰਿਹਾ ਹੋਈ ਅਤੇ ਸਾਰੀਆਂ ਕਸ਼ਮੀਰ ਦੀਆਂ ਧਿਰਾਂ ਨੇ ਇਕੱਠਿਆਂ ਹੋ ਕੇ ਇੱਕ ਮਹਾਗਠਬੰਧਨ ਬਣਾ ਰਹੇ ਨੇ। ਇੱਕ ਮਤਲਬ ਬੜੀ ਸਾਡੇ ਵਾਸਤੇ ਆਈ ਓਪਨਰ ਹੈ ਕਿ ਇਹੋ ਜਿਹਾ ਜਿਹੜਾ ਇਕੱਠ ਪੰਜਾਬ ਦੀਆਂ ਸੰਸਥਾਵਾਂ, ਪੰਜਾਬ ਦੇ ਆਗੂ, ਪੰਜਾਬ ਦੇ ਨੌਜਵਾਨ ਜਾਂ ਸਾਰੀ ਜਿਵੇਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਵਿੱਚ ਕਈ ਭਾਵੇਂ ਮਤਭੇਦ ਨੇ, ਪਰ ਮੈਂ ਸਮਝਦਾ ਕਿ ਇਸ ਲਈ ਸਾਨੂੰ ਬੜੇ ਸੰਜੀਦਾ ਤਰੀਕੇ ਦੇ ਨਾਲ, ਬੜੇ ਗੰਭੀਰ ਮੁੱਦੇ ਨਾਲ, ਗੰਭੀਰਤਾ ਨਾਲ ਸਾਰੇ ਮੁੱਦਿਆਂ ਨੂੰ ਐਡਰੈਸ ਕਰਨਾ ਚਾਹੀਦਾ ਹੈ। ਔਰ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਨੇ, ਜਿਸ ਤਰ੍ਹਾਂ ਦੇ ਨਾਲ ਇਹ ਅੱਗੇ ਨਵਾਂ ਮੋੜ ਲਿਆ ਜਾਏਗਾ, ਪੜਾਅ ਆਏਗਾ, ਉਹ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਕਿ ਉਹ ਸਾਡੇ ਹੱਥੋਂ ਕੰਟਰੋਲ ਨਿਕਲ ਜਾਏ ਜਾਂ ਸਾਡੇ ਹਾਲਾਤ ਖਰਾਬ ਹੋ ਜਾਣ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ, ਸਾਰੀਆਂ ਸੰਸਥਾਵਾਂ ਨੂੰ, ਵਿਦਵਾਨਾਂ ਨੂੰ ਔਰ ਸਾਰੇ ਜਿਹੜੇ ਸਵੇਰ ਦੇ ਪੰਥ ਸੇਵਕ ਨੇ, ਪੰਜਾਬ ਸੇਵਕ ਨੇ, ਉਹਨਾਂ ਨੂੰ ਮਿਲ ਬੈਠ ਕੇ ਇਹਦਾ ਕੋਈ ਰਾਹ ਕਰਨਾ ਚਾਹੀਦਾ ਹੈ। ਕਿਉਂਕਿ ਵਿਗੜਿਆ ਹੋਇਆ ਜਿਹੜਾ ਖਿਲਰੇ ਹੋਏ ਜਿਹੜੇ ਜਜ਼ਬਾਤ ਨੇ ਉਹ ਨੁਕਸਾਨ ਵੀ ਕਰ ਜਾਂਦੇ ਨੇ।
ਸੋ ਸਾਨੂੰ ਜਜ਼ਬਾਤਾਂ ਨੂੰ ਵੀ ਸੰਭਾਲਣਾ ਚਾਹੀਦਾ ਹੈ ਅਤੇ ਇੱਕ ਤਰ੍ਹਾਂ ਦੀ ਜੋ ਅਸਲ ਰਿਐਲਿਟੀ ਹੈ ਉਸ ਨੂੰ ਮੁੱਖ ਰੱਖ ਕੇ ਸਾਨੂੰ ਸਾਰਿਆਂ ਨੂੰ ਸਾਂਝੀ ਅਪਰੋਚ ਕਰੀਏ, ਤਾਂ ਮੈਂ ਸਮਝਦਾ ਕਿ ਪੰਜਾਬ 'ਚ ਜਿਹੜਾ 1920 ਵਾਂਗ ਜਿਹੜਾ ਉਭਾਰ ਆਇਆ ਸੀ ਉਹ 2020 ਦਾ ਉਭਾਰ ਬਣ ਕੇ ਇੱਕ ਨਵਾਂ ਇਤਿਹਾਸ ਪੰਜਾਬ ਦਾ ਬਣ ਸਕਦਾ। ਇੰਨੇ ਸਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।